Good morning, students. In this lecture, we discuss methods of demand forecasting. ਫਿਊਚਰਸ ਦੀ ਡਿਮਾਂਡ ਦਾ ਫੋਰਕਾਸਟ ਕਰਨ ਦੇ ਲਈ ਕੋਈ ਵੀ ਈਜ਼ੀ ਜਾਂ ਸਿੰਪਲ ਫਾਰਮੂਲਾ ਨਹੀਂ ਹੁੰਦਾ, ਕਿਉਂਕਿ ਫਿਊਚਰ ਦੀ ਅਨਸਰਟੇਨਿਟੀ ਨੂੰ ਮੇਜ਼ਰ ਕਰਨਾ ਬਹੁਤ ਹੀ ਡਿਫੀਕਲਟ ਹੁੰਦਾ ਹੈ। ਇਸ ਲਈ ਡਿਮਾਂਡ ਫੋਰਕਾਸਟਿੰਗ ਲਈ ਬਹੁਤ ਸਾਰੇ ਮੈਥਡਸ ਬਣਾਏ ਗਏ ਆ। ਫਸਟ ਮੈਥਡ ਇਜ਼ ਓਪੀਨੀਅਨ ਪੋਲ ਮੈਥਡ। ਇਸ ਮੈਥਡ ਦੇ ਵਿੱਚ ਡਿਮਾਂਡ ਫੋਰਕਾਸਟਿੰਗ ਕਰਨ ਦੇ ਲਈ ਬਾਇਰਸ, ਸੇਲ ਫੋਰਸਿਸ ਅਤੇ ਐਕਸਪਰਟਸ ਦੇ ਓਪੀਨੀਅਨ ਨੂੰ ਲਿਆ ਜਾਂਦਾ ਹੈ। ਉਸ ਦੇ ਬੇਸਿਸ 'ਤੇ ਮਾਰਕੀਟ ਡਿਮਾਂਡ ਦੀ ਫੋਰਕਾਸਟ ਨੂੰ ਡਿਵੈਲਪ ਕੀਤਾ ਜਾਂਦਾ ਹੈ। ਕੰਜ਼ਿਊਮਰ ਸਰਵੇ ਔਰ ਸਰਵੇ ਆਫ ਬਾਇਰਸ ਇੰਟੈਂਸ਼ਨ। ਕੰਜ਼ਿਊਮਰ ਸਰਵਿਸ ਦੇ ਵਿੱਚ ਇੱਕ ਟ੍ਰੇਨਡ, ਰਿਲਾਇਬਲ ਅਤੇ ਐਕਸਪੀਰੀਅੰਸ ਇਨਵੈਸਟੀਗੇਟਰ ਦੇ ਥਰੂ ਬਾਇਰਸ ਔਰ ਪੋਟੈਂਸ਼ੀਅਲ ਬਾਇਰਸ ਦੇ ਜਿਹੜੇ ਓਪੀਨੀਅਨ ਨੂੰ ਉਹ ਰਿਕਾਰਡ ਕੀਤਾ ਜਾਂਦਾ ਆ ਥਰੂ ਪਰਸਨਲ ਇੰਟਰਵਿਊ ਦੇ ਥਰੂ, ਜਾਂ ਮੇਲਸ ਔਰ ਪੋਸਟ ਸਰਵੇ ਦੇ ਥਰੂ, ਜਾਂ ਟੈਲੀਫੋਨਿਕ ਇੰਟਰਵਿਊ ਦੇ ਥਰੂ। ਇਸ ਵਿੱਚ ਕੁਐਸਚਨ ਇਜ਼ ਪ੍ਰੀਪੇਅਰਡ ਕੀਤੇ ਜਾਂਦੇ ਆ, ਮਤਲਬ ਕਿ ਇੱਕ ਜਿਹੜੇ ਇਨਵੈਸਟੀਗੇਟਰ ਉਹ ਕੁਐਸਚਨ ਪ੍ਰੀਪੇਅਰਡ ਕਰਦੇ ਆ। ਫੋਰ ਐਗਜ਼ਾਮਪਲ ਕਿ ਕੰਜ਼ਿਊਮਰ ਕਿ ਪ੍ਰਾਈਸ ਅਗਰ ਚੇਂਜ ਹੁੰਦੀ ਆ ਤਾਂ ਉਹਨਾਂ ਤੋਂ ਕੰਜ਼ਿਊਮਰ ਤੋਂ ਇਹ ਓਪੀਨੀਅਨ ਲਿਆ ਜਾਂਦਾ ਕਿ ਉਹਨਾਂ ਦਾ ਰਿਐਕਸ਼ਨ ਕੀ ਹੋਏਗਾ ਅਗਰ ਪ੍ਰੋਡਕਟ ਦੀ ਪ੍ਰਾਈਸ ਘੱਟ ਹੁੰਦੀ ਆ ਜਾਂ ਜ਼ਿਆਦਾ ਹੁੰਦੀ ਆ। ਦੈਨ ਬਾਇਰਸ ਦਾ ਕੀ ਰਿਐਕਸ਼ਨ ਹੁੰਦਾ ਉਸ ਦੇ ਪ੍ਰਤੀ। ਇਸ ਦੇ ਲਈ ਕੁਐਸਚਨ ਪ੍ਰੀਪੇਅਰਡ ਕੀਤੇ ਜਾਂਦੇ, ਉਸ ਦੇ ਥਰੂ ਕੰਜ਼ਿਊਮਰਸ ਦਾ ਜਿਹੜਾ ਓਪੀਨੀਅਨ ਲਏ ਜਾਂਦੇ ਆ। ਟੂ ਟਾਈਪਸ ਦੇ ਕੰਜ਼ਿਊਮਰ ਸਰਵੇ ਹੁੰਦੇ ਆ। ਫਸਟ ਇਜ਼ complete enumeration survey and sample survey. First is complete enumeration survey. Under the complete enumeration survey, all potential buyer of the product are contacted. ਇਸ ਸਰਵੇ ਦੇ ਵਿੱਚ ਮਾਰਕੀਟ ਦੇ ਵਿੱਚ ਜਿੰਨੇ ਆਲ ਪੋਟੈਂਸ਼ੀਅਲ ਕੰਜ਼ਿਊਮਰਸ ਹੁੰਦੇ ਆ ਉਹਨਾਂ ਦੀ ਇੰਟਰਵਿਊ ਕੰਡਕਟ ਕੀਤੀ ਜਾਂਦੀ ਆ ਅਤੇ ਉਹਨਾਂ ਦੀ ਇੰਟਰਵਿਊ ਅਤੇ ਓਪੀਨੀਅਨ ਦੇ ਬੇਸ 'ਤੇ ਪ੍ਰੋਬੇਬਲ ਡਿਮਾਂਡ ਨੂੰ ਫਾਈਂਡ ਆਊਟ ਕੀਤਾ ਜਾਂਦਾ ਹੈ। ਇਸ ਮੈਥਡ ਦੇ ਜਿਹੜੇ ਐਡਵਾਂਟੇਜਸ ਆ, ਕਿਉਂਕਿ ਇਸ ਦੇ ਵਿੱਚ ਸਾਰੇ ਪੋਟੈਂਸ਼ੀਅਲ ਕੰਜ਼ਿਊਮਰ ਨੂੰ ਦੇ ਥਰੂ ਓਪੀਨੀਅਨ ਲਿਆ ਜਾਂਦਾ ਉਹਨਾਂ ਦਾ, ਅਤੇ ਇਸ ਵਿੱਚ ਜਿਹੜੀ ਡਿਗਰੀ ਆਫ ਐਕੂਰੇਸੀ ਉਹ ਜ਼ਿਆਦਾ ਹੁੰਦੀ ਆ। ਇਹ ਜ਼ਿਆਦਾ ਯੂਜ਼ਫੁਲ ਮੈਥਡ ਹੁੰਦਾ ਆ ਅਗਰ ਨਿਊ ਪ੍ਰੋਡਕਟ ਨੂੰ ਇੰਟਰੋਡਿਊਸ ਕਰਨਾ, ਬਿਕੋਜ਼ ਲੋਕਾਂ ਦੀ ਓਪੀਨੀਅਨ ਡਾਇਰੈਕਟ ਲਈ ਹੁੰਦੀ, ਲੋਕਾਂ ਉੱਥੇ ਐਕਸਪਰਟਸ ਨੇ। ਜਿਹੜਾ ਇਹ ਮੈਥਡ ਆ ਉਹ ਜ਼ਿਆਦਾ ਬੈਨੀਫਿਸ਼ੀਅਲਸ ਉਹਨਾਂ ਲਈ ਹੁੰਦਾ ਹੈ ਜਿਨ੍ਹਾਂ ਦੇ ਨੰਬਰ ਆਫ ਪੋਟੈਂਸ਼ੀਅਲ ਕੰਜ਼ਿਊਮਰ ਸਮੋਲ ਹੁੰਦੇ ਆ। ਲਾਈਕ ਜਿਹੜਾ ਕੋਸਟਲੀ ਪ੍ਰੋਡਕਟ ਆ, ਫੋਰ ਐਗਜ਼ਾਮਪਲ ਕਾਰਸ, ਬਿਗ ਮਸ਼ੀਨਸ, ਰੈਫ੍ਰਿਜਰੇਟਰਸ, ਇਹਨਾਂ ਦੇ ਜਿਹੜੇ ਨੰਬਰ ਆਫ ਕੰਜ਼ਿਊਮਰ ਘੱਟ ਹੁੰਦੇ ਆ, ਉਸ ਟਾਈਪ ਦੇ ਵਿੱਚ ਇਹ ਜਿਹੜਾ ਮੈਥਡ ਆ ਜ਼ਿਆਦਾ ਬੈਨੀਫਿਸ਼ੀਅਲ ਹੁੰਦਾ ਹੈ। ਡਿਸਐਡਵਾਂਟੇਜ ਇਹ ਹੈ ਕਿ ਇਹ ਜਿਹੜਾ ਮੈਥਡ ਆ ਜ਼ਿਆਦਾ ਐਕਸਪੈਂਸਿਵ ਆ, ਕਿਉਂਕਿ ਇਸ ਸਰਵੇ ਦੇ ਵਿੱਚ ਐਂਟਾਇਰ ਫਲੀਟ ਆਫ ਕੰਜ਼ਿਊਮਰ ਨੂੰ ਕਵਰ ਕੀਤਾ ਜਾਂਦਾ ਆ, ਜ਼ਿਆਦਾ ਟਾਈਮ ਕੰਜ਼ਿਊਮਿੰਗ ਆ। ਐਂਡ ਇੱਕ ਹੋਰ ਜਿਹੜੀ ਇਸ ਦੀ ਡਿਸਐਡਵਾਂਟੇਜ ਹੈ ਕਿ ਕੰਜ਼ਿਊਮਰ ਇੱਕ ਬਹੁਤ ਸਾਰੇ ਵਾਈਡ ਏਰੀਆ ਦੇ ਵਿੱਚ ਸਪਰੈਡ ਹੁੰਦੇ ਆ। ਦੈਟ ਮੀਨਸ ਕਿ ਕੋਈ ਇੱਕ ਕੰਜ਼ਿਊਮਰ ਕਿਸੇ ਚੀਜ਼ ਦਾ ਪ੍ਰੋਡਕਟ ਜਿਹੜੇ ਪਰਚੇਜ਼ ਕਰਦੇ ਕੰਜ਼ਿਊਮਰ ਇੱਕ ਹੀ ਜਗ੍ਹਾ 'ਤੇ ਤਾਂ ਨਹੀਂ ਰਹਿੰਦੇ, ਠੀਕ ਆ, ਵਾਈਡ ਏਰੀਏ ਵਿੱਚ ਅਲੱਗ-ਅਲੱਗ ਜਗ੍ਹਾ 'ਤੇ ਰਹਿੰਦੇ। ਇਸ ਕਾਰਨ ਜਿਹੜੇ ਇਸ ਮੈਥਡ ਦੇ ਥਰੂ ਉਹਨਾਂ ਦੇ ਓਪੀਨੀਅਨ ਲੈਣਾ ਉਹ ਥੋੜ੍ਹਾ ਜ਼ਿਆਦਾ ਡਿਫੀਕਲਟ ਹੋ ਜਾਂਦਾ ਹੈ। ਐਂਡ ਹੋਰ ਇਸ ਦੀ ਇੱਕ ਜਿਹੜੀ ਲਿਮੀਟੇਸ਼ਨ ਇਹ ਆ ਕਿ ਅਗਰ ਜਿਹੜੇ ਕੁਆਲੀਫਾਈਡ ਅਤੇ ਕੰਪੀਟੈਂਟ ਇਨਵੈਸਟੀਗੇਟਰ ਨਹੀਂ ਹੋਏਗਾ ਅਤੇ ਜਿਹੜਾ ਇਸ ਮੈਥਡ ਦਾ ਇਫੈਕਟਿਵਲੀ ਜਿਹੜਾ ਕੰਮ ਆ ਉਹ ਰਿਲਾਇਬਲ ਨਹੀਂ ਹੋਏਗਾ। ਅਗਰ ਜਿਹੜੇ ਇਨਵੈਸਟੀਗੇਟਰ ਆ ਉਹ ਕੁਆਲੀਫਾਈਡ ਅਤੇ ਰਿਲਾਇਬਲ ਨਹੀਂ ਹੋਏਗਾ। ਐਂਡ ਹੋਰ ਇਸ ਦੀ ਇੱਕ ਜਿਹੜੀ ਡਿਸਐਡਵਾਂਟੇਜ ਆ ਉਹ ਇਹ ਆ ਕਿ ਸਮਟਾਈਮਸ ਜਿਹੜੇ ਕੰਜ਼ਿਊਮਰਸ ਆ ਉਹ ਇਨਵੈਸਟੀਗੇਟਰਸ ਨੂੰ ਵੀ ਮਿਸਗਾਈਡ ਕਰ ਸਕਦੇ ਆ, ਬਿਕੋਜ਼ ਪੀਪਲ ਡੂ ਨਾਟ ਆਲਵੇਜ਼ ਟੈਲ ਦਾ ਟਰੂਥ, ਕਿ ਲੋਕ ਹਮੇਸ਼ਾ ਸੱਚ ਹੀ ਨਹੀਂ ਦੱਸਦੇ। ਨੈਕਸਟ ਇਜ਼ ਸੈਂਪਲ ਸਰਵੇ। ਸੈਂਪਲ ਸਰਵੇ ਮੈਥਡ ਦੇ ਵਿੱਚ ਕੇਵਲ ਕੁਛ ਕੰਜ਼ਿਊਮਰਸ ਦੀ ਇੰਟਰਵਿਊ ਲਈ ਜਾਂਦੇ ਆ, ਦੈਨ ਉਹਨਾਂ ਦੇ ਓਪੀਨੀਅਨ ਦੇ ਬੇਸਿਸ 'ਤੇ ਐਵਰੇਜ ਡਿਮਾਂਡ ਨੂੰ ਕੈਲਕੂਲੇਟ ਕੀਤਾ ਜਾਂਦਾ ਆ। ਸਪੋਜ਼ ਕਿਸੇ ਪ੍ਰੋਡਕਟ 'ਤੇ 10,000 ਪੋਟੈਂਸ਼ੀਅਲ ਕੰਜ਼ਿਊਮਰ ਆ, ਬਟ ਉਹਨਾਂ ਦੇ ਵਿੱਚੋਂ ਸਿਰਫ 500 ਕੰਜ਼ਿਊਮਰਸ ਨੂੰ ਸਿਲੈਕਟ ਕਰ ਲਿਆ ਜਾਂਦਾ। ਉਹਨਾਂ ਦੇ ਸੈਂਪਲ ਦੈਟ ਮੀਨਸ ਉਹਨਾਂ ਨੂੰ ਸਿਲੈਕਟ ਕਰ ਲਿਆ ਜਾਂਦਾ ਹੈ। ਉਹਨਾਂ ਸਿਲੈਕਟਡ ਕੰਜ਼ਿਊਮਰ ਦੇ ਬੇਸਿਸ 'ਤੇ ਹੀ ਉਹਨਾਂ ਦਾ ਓਪੀਨੀਅਨ ਲਿਆ ਜਾਂਦਾ ਹੈ ਪ੍ਰੋਡਕਟ ਦੇ ਪ੍ਰਤੀ। ਉਹਨਾਂ ਦੇ ਓਪੀਨੀਅਨ ਦੇ ਬੇਸ 'ਤੇ ਫਿਊਚਰ ਡਿਮਾਂਡ ਦੀ ਫੋਰਕਾਸਟਿੰਗ ਕੀਤੀ ਜਾਂਦੀ ਆ। ਇਸ ਨੂੰ ਕਿਹਾ ਜਾਂਦਾ ਸੈਂਪਲ ਸਰਵੇ ਮੈਥਡ।
ਨੈਕਸਟ ਇਜ਼ ਐਡਵਾਂਟੇਜਸ ਆਫ ਦਿਸ ਮੈਥਡ। ਇਹ ਜਿਹੜਾ ਮੈਥਡ ਆ ਐਜ਼ ਕੰਪੇਅਰ ਟੂ ਕੰਪਲੀਟ ਐਨੈਮੋਰੇਸ਼ਨ ਮੈਥਡ ਦੇ ਨਾਲੋਂ ਲੈਸ ਕੋਸਟਲੀ ਹੁੰਦਾ ਆ ਐਂਡ ਲੈਸ ਟਾਈਮ ਕੰਜ਼ਿਊਮਿੰਗ ਹੁੰਦਾ ਆ। ਇਸ ਤੋਂ ਮੋਰ ਇਨਫੋਰਮੇਸ਼ਨ ਓਬਟੇਨ ਹੁੰਦੀ ਆ ਵਿਦ ਲੈਸ ਕੋਸਟ ਐਂਡ ਲੈਸ ਟਾਈਮ ਦੇ ਨਾਲੋਂ। ਐਂਡ ਸੈਕੰਡਲੀ ਐਂਡ ਪੋਸੀਬਿਲਿਟੀ ਆਫ ਇਨਐਕੂਰੇਸੀ ਇਜ਼ ਮੋਰ ਇਨ ਦੀ ਕੇਸ ਆਫ ਕੰਪਲੀਟ ਐਨੈਮੋਰੇਸ਼ਨ ਮੈਥਡ ਦੈਨ ਇਨ ਦੀ ਸੈਂਪਲਿੰਗ ਕੇਸ, ਬਿਕੋਜ਼ ਜਦੋਂ ਸਮਾਲ ਨੰਬਰ ਆਫ ਕੰਜ਼ਿਊਮਰਸ ਹੁੰਦੇ ਆ ਉਹਨਾਂ ਦੀ ਇੰਟਰਵਿਊ ਲਈ ਜਾਂਦੇ ਆ ਦੈਨ ज़्यादा प्रिकॉशनस ਨੂੰ यूज़ किया जाता है। दैट मीनस कि ज़्यादा ध्यान ਦੇ ਨਾਲ ਉਹਨਾਂ ਸੈਂਪਲ ਜਿਹੜੇ ਲਏ ਜਾਂਦੇ ਆ ਸੈਂਪਲ ਕੰਜ਼ਿਊਮਰਸ ਉਹਨਾਂ ਨੂੰ ज़्यादा ਧਿਆਨ ਦੇ ਨਾਲ ਉਹਨਾਂ ਦੀ ਇੰਟਰਵਿਊ ਲਈ ਜਾਂਦੀ ਆ, ਬਟ ਇਟ ਇਜ਼ ਨੋਟ ਪੋਸੀਬਲ ਇਨ ਦੀ ਕੰਪਲੀਟ ਐਨੈਮੋਰੇਸ਼ਨ ਮੈਥਡ। ਨੈਕਸਟ ਇਜ਼ ਲਿਮਿਟੇਸ਼ਨ ਆਫ ਦ ਮੈਥਡ। ਫਸਟ ਲਿਮਿਟੇਸ਼ਨ ਇਹ ਆ ਕਿ ਅਗਰ ਜਿਹੜਾ ਇਨਵੈਸਟੀਗੇਟਰ ਆ ਉਹ ਕੁਆਲੀਫਾਈਡ ਇਨ ਐਕਸਪੀਰੀਅੰਸਡ ਨਹੀਂ ਹੋਏਗਾ ਦੈਨ ਜਿਹੜਾ ਮੈਥਡ ਆ ਐਫੀਸ਼ੀਐਂਟ ਅਤੇ ਐਕੂਰੇਸੀ ਰਿਜ਼ਲਟ ਨਹੀਂ ਦਿੰਦਾ। ਸੈਕਿੰਡ, ਪਲੈਨਿੰਗ ਅਤੇ ਪ੍ਰੋਪਰ ਪ੍ਰੋਸੀਜਰ ਤੋਂ ਬਿਨਾਂ ਇਹ ਜਿਹੜਾ ਮੈਥਡ ਆ ਇਨਐਕੂਰੇਟ ਅਤੇ ਮਿਸਲੀਡਿੰਗ ਰਿਜ਼ਲਟ ਪ੍ਰੋਵਾਈਡ ਕਰਦਾ ਆ ਐਂਡ ਅਨਲੈਸ ਸੈਂਪਲ ਸਾਈਜ਼ ਇਜ਼ ਰੀਜ਼ਨੇਬਲੀ ਲਾਰਜ ਦਾ ਚਾਂਸਿਸ ਆਫ ਐਰਰ ਇਨਕਰੀਜ਼। ਨੈਕਸਟ ਇਜ਼ ਕੋਲੈਕਟਿਵ ਓਪੀਨੀਅਨ ਮੈਥਡ ਔਰ ਸੇਲ ਫੋਰਸ ਓਪੀਨੀਅਨ ਔਰ ਰਿਐਕਸ਼ਨ ਸਰਵੇ। Under this method, instead of consumers, the salesmen are contacted to estimate expected sales in their respective areas. ਇਟ ਇਜ਼ ਪ੍ਰਜ਼ਿਊਮ ਦੈਟ ਕਿ ਜਿਹੜੇ ਸੇਲਸਮੈਨ ਹੁੰਦੇ ਆ ਉਹ ਕੀ ਕਸਟਮਰਸ ਦੇ ਜ਼ਿਆਦਾ ਕਲੋਜ਼ਸਟ ਹੁੰਦੇ ਆ, ਇਸ ਕਰਕੇ ਉਹਨਾਂ ਤੋਂ ਜ਼ਿਆਦਾ ਐਕੂਰੇਟ ਇਨਫੋਰਮੇਸ਼ਨ ਨੂੰ ਕਲੈਕਟ ਕੀਤਾ ਜਾ ਸਕਦਾ ਬਿਕੋਜ਼ ਉਹਨਾਂ ਨੂੰ ਕਸਟਮਰਸ ਦੀ ਲਾਈਕਿੰਗ ਡਿਸਲਾਈਕਿੰਗਸ ਬਾਰੇ ਸਭ ਕੁਝ ਪਤਾ ਹੁੰਦਾ ਕਿ ਉਹ ਪ੍ਰੋਡਕਟ ਨੂੰ ਲਾਈਕ ਕਰਦੇ ਆ ਕਿ ਡਿਸਲਾਈਕ ਕਰਦੇ ਆ। ਇਸ ਲਈ ਕਿ ਜਿਹੜਾ ਸੇਲਸ ਮੈਨੇਜਰ ਆ ਉਹ ਸੇਲਸਮੈਨ ਤੋਂ ਇਨਪੁਟ ਮੰਗਦਾ ਡਿਮਾਂਡ ਦੇ ਰਿਗਾਰਡਿੰਗ। ਫੋਰ ਐਗਜ਼ਾਮਪਲ ਇੱਕ ਫਰਮ ਆ, ਠੀਕ ਆ, ਉਹ ਸੇਲਸਮੈਨ ਤੋਂ ਪੁੱਛਦੀ ਆ ਕਿ ਉਸਦੇ ਪ੍ਰੋਡਕਟ ਦੀ ਜਿਹੜੀ ਡਿਮਾਂਡ ਆ ਕਸਟਮਰਸ ਉਸਦੇ ਪ੍ਰੋਡਕਟ ਨੂੰ ਲਾਈਕ ਕਰਦੇ ਆ ਜਾਂ ਨਹੀਂ ਕਰਦੇ, ਠੀਕ ਆ। ਸੇਲਸਮੈਨ ਦੱਸਦਾ ਕਿ ਉਸਦਾ ਇਸ ਪ੍ਰੋਡਕਟ ਦੀ ਡਿਮਾਂਡ ਜ਼ਿਆਦਾ ਆ, ਲਾਈਕ ਜ਼ਿਆਦਾ ਕਰਦੇ ਆ, ਠੀਕ ਆ, ਇਸ ਪ੍ਰੋਡਕਟ ਦੀ ਡਿਮਾਂਡ ਘੱਟ ਆ, ਠੀਕ ਹੈ। ਉਹ ਸੇਲਸਮੈਨ ਤੋਂ ਸਾਰੇ ਓਪੀਨੀਅਨ ਲੈ ਕੇ ਆਪਣੀ ਜਿਹੜੀ ਫਿਊਚਰ ਪ੍ਰੋਡਕਟ ਦੇ ਬਾਰੇ ਫੋਰਕਾਸਟਿੰਗ ਕਰਦੇ ਆ ਕਿ ਕਿਸ ਚੀਜ਼ ਦਾ ਕਿੰਨਾ ਪ੍ਰੋਡਕਸ਼ਨ ਕਰਨਾ, ਕਿਸ ਚੀਜ਼ ਦਾ ਨਹੀਂ। The firm forecast demand or sale on the basis of the response of the salesman and the information collected from them. ਐਡਵਾਂਟੇਜ ਆਫ ਦੀ ਮੈਥਡ, ਇਹ ਸਿੰਪਲ ਮੈਥਡ ਆ, ਇਸ ਦੇ ਵਿੱਚ ਕੋਈ ਵੀ ਸਟੈਟਿਸਟੀਕਲ ਟੈਕਨੀਕਸ ਨੂੰ ਯੂਜ਼ ਨਹੀਂ ਕੀਤਾ ਜਾਂਦਾ। ਇਸ ਦੇ ਵਿੱਚ ਜਿਹੜੀ ਫੋਰਕਾਸਟ ਬੇਸਡ ਆ ਉਹ ਜਿਹੜੀ ਨੌਲੇਜ ਆਫ ਸੇਲਸਮੈਨ ਦੇ ਬੇਸਿਸ ਆ ਉਸਦੇ ਓਪੀਨੀਅਨ 'ਤੇ ਐਂਡ ਦਾ ਮੈਥਡ ਮੇ ਪ੍ਰੂਵ ਕੁਆਇਟ ਯੂਜ਼ਫੁਲ ਇਨ ਫੋਰਕਾਸਟਿੰਗ ਸੇਲ ਆਫ ਨਿਊ ਪ੍ਰੋਡਕਟ। ਸੇਲ ਆਫ ਨਿਊ ਪ੍ਰੋਡਕਟ ਦੀ ਫੋਰਕਾਸਟਿੰਗ ਵਿੱਚ ਇਹ ਮੈਥਡ ਯੂਜ਼ਫੁਲ ਹੁੰਦਾ ਹੈ। ਲਿਮਿਟੇਸ਼ਨਸ ਹੈਗੀਆਂ, ਇਟ ਇਜ਼ ਆਲਮੋਸਟ ਇਹ ਜਿਹੜੇ ਕੰਪਲੀਟਲੀ ਸਬਜੈਕਟਿਵ ਆ ਐਂਡ ਇਟ ਇਜ਼ ਓਨਲੀ ਯੂਜ਼ਫੁਲ ਫੋਰ ਸ਼ੋਰਟ ਟਰਮ ਐਸਟੀਮੇਸ਼ਨ ਦੇ ਲਈ ਕੇਵਲ ਯੂਜ਼ਫੁਲ ਆ, ਲੌਂਗ ਟਰਮ ਐਸਟੀਮੇਸ਼ਨ ਦੇ ਲਈ ਇਹ ਯੂਜ਼ਫੁਲ ਨਹੀਂ ਹੈਗੀ ਆ। And last is salesman may be unaware of the broader economic changes likely to have an impact on future demands, ਕਿ ਉਸਨੂੰ ਬਰੋਡਰ ਇਕਨੋਮਿਕ ਚੇਂਜਸ ਬਾਰੇ ਇੰਨੀ ਜ਼ਿਆਦਾ ਨੌਲੇਜ ਨਹੀਂ ਹੁੰਦੀ ਜਿਸ ਦਾ ਕਿ ਫਿਊਚਰ ਦੀ ਡਿਮਾਂਡ ਦੇ ਉੱਪਰ ਇੰਪੈਕਟ ਪਏਗਾ। ਨੈਕਸਟ ਇਜ਼ ਐਕਸਪਰਟਸ ਓਪੀਨੀਅਨ ਮੈਥਡ। ਇਸ ਮੈਥਡਸ ਨੂੰ ਡਲਫੀ ਮੈਥਡ ਵੀ ਕਿਹਾ ਜਾਂਦਾ, ਡਲਫੀ ਮੈਥਡ ਆਫ ਇਨਵੈਸਟੀਗੇਸ਼ਨ। And in this method, instead of depending upon the opinion of buyers and sellers, firms can obtain view of specialists or experts in their respective fields. ਇਸ ਮੈਥਡ ਦੇ ਵਿੱਚ ਇੱਕ ਐਕਸਪਰਟਸ ਦਾ ਪੈਨਲ ਹੁੰਦਾ ਆ, ਉਹਨਾਂ ਪੈਨਲਸ ਦੀ ਜਿਹੜੀ ਡਿਮਾਂਡ ਫੋਰਕਾਸਟਿੰਗ ਹੁੰਦੀ ਹੈ, ਜਦੋਂ ਸਾਰੇ ਇੱਕ ਫੋਰਕਾਸਟਿੰਗ 'ਤੇ ਸਹਿਮਤ ਹੋ ਜਾਂਦੇ ਆ ਉਸ ਦੇ ਬੇਸਿਸ 'ਤੇ ਜਿਹੜੀ ਫਰਮ ਆ ਫਿਊਚਰ ਦੇ ਲਈ ਆਪਣੇ ਪ੍ਰੋਡਕਟ ਦੀ ਫੋਰਕਾਸਟਿੰਗ ਕਰਦੀ ਆ। ਇਹ ਜਿਹੜੇ ਐਕਸਪਰਟਸ ਹੁੰਦੇ ਆ ਉਹ ਮਾਰਕੀਟ ਟਰੈਂਡਸ, ਕੰਜ਼ਿਊਮਰ ਬਿਹੇਵੀਅਰ, ਕਿ ਨਿਊ ਪ੍ਰੋਡਕਟ ਦੇ ਰਿਲੇਟਡ ਕੰਜ਼ਿਊਮਰ ਦਾ ਰਿਐਕਸ਼ਨਸ ਕੀ ਆ ਐਂਡ ਰਾਈਵਲ ਪ੍ਰੋਡਕਟਸ ਦੀ ਡਿਮਾਂਡ ਕੀ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਫੋਰਕਾਸਟਿੰਗ ਕਰਦੇ ਆ ਪ੍ਰੋਡਕਟ ਦੀ ਫਿਊਚਰ ਦੇ ਲਈ। ਇਸ ਮੈਥਡ ਦੇ ਜਿਹੜੇ ਐਡਵਾਂਟੇਜਸ ਆ ਉਹ ਕੀ, ਇੱਕ ਸਿੰਪਲ ਐਂਡ ਲੈਸ ਕੋਸਟਲੀ ਆ, ਟਾਈਮ ਸੇਵਿੰਗ ਆ, ਮੋਰ ਯੂਜ਼ਫੁਲ ਆ ਫॉर ਲਾਂਚਿੰਗ ਨਿਊ ਪ੍ਰੋਡਕਟ ਇਨ ਦਾ ਮਾਰਕੀਟ। ਜਿਹੜਾ ਡਾਟਾ ਆ ਜਦੋਂ ਡਾਟਾ ਅਵੇਲੇਬਲ ਨਹੀਂ ਹੁੰਦਾ ਉਸ ਟਾਈਮ ਇਹ ਜਿਹੜਾ ਮੈਥਡ ਆ ਜ਼ਿਆਦਾ ਯੂਜ਼ਫੁਲ ਹੁੰਦਾ ਆ ਐਂਡ ਇਟ ਇਜ਼ ਮੋਰ ਐਕੂਰੇਟ ਐਂਡ ਰਿਲਾਇਬਲ ਮੈਥਡ ਆ। The firms get different point of view which are balanced in the process. Now limitations of the method,
ਲਿਮਿਟੇਸ਼ਨ ਜਿਹੜੀ ਫਸਟ ਇਹਦੀ ਇਹ ਕਿ ਜਿਹੜੇ ਓਪੀਨੀਅਨਸ ਆ, ਜਿਹੜੇ ਐਕਸਪਰਟਸ ਆ, ਉਹ ਕੀ ਆ, ਬਾਇਸਡ ਵੀ ਹੋ ਸਕਦੇ ਆ, ਠੀਕ ਆ। ਐਂਡ ਥੀਸ ਓਪੀਨੀਅਨਸ ਆਰ ਸਬਜੈਕਟਿਵਸ ਮੇ ਨੋਟ ਬੀ ਫੁੱਲੀ ਰਿਲਾਇਬਲ ਨਹੀਂ ਹੋ ਸਕਦੇ। ਥਰਡ, ਦ ਓਪੀਨੀਅਨ ਸਰਵੇ ਕੈਨ ਬੀ influenced by the narrow view of the market. Next is statistical method. There are some important statistical method which are very useful in estimating and forecasting demand. Time series now related three methods are. The trends in time series can be estimated by using any one of the following method. First method is graphic method, second method is least square method, and third method is moving average method. First is graphic method. In this method, a trend line can be fitted through as a ਸੀਰੀਜ਼ ਗ੍ਰਾਫਿਕਲੀ। ਇਸ ਦੇ ਵਿੱਚ ਜਿਹੜੀ ਆਊਟਪੁੱਟ ਦੀ ਸਾਰੀ ਵੈਲਿਊਜ਼ ਹੁੰਦੀ ਹੈ ਐਂਡ ਜਿਹੜੀ ਡਿਫਰੈਂਟ ਈਅਰ ਦੀ ਸੇਲਸ ਹੁੰਦੀ ਆ ਉਹਨਾਂ ਨੂੰ ਗ੍ਰਾਫ ਦੇ ਉੱਪਰ ਪਲੋਟ ਕੀਤਾ ਜਾਂਦਾ ਹੈ ਐਂਡ ਇੱਕ ਫਰੀ ਹੈਂਡ ਕਰਵ ਡਰਾਉਨ ਕੀਤੀ ਜਾਂਦੀ ਆ ਦੈਟ ਇਜ਼ ਪਾਸ ਥਰੂ ਐਜ਼ ਮੈਨੀ ਪੁਆਇੰਟਸ ਐਜ਼ ਪੋਸੀਬਲ। ਐਂਡ ਜਿਹੜੀ ਫਰੀ ਹੈਂਡ ਕਰਵ ਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਜਾਂ ਅਪਵਰਡ ਹੁੰਦੀ ਆ ਜਾਂ ਡਾਊਨਵਰਡ ਹੁੰਦੀ ਆ ਉਹ ਕੀ ਜਨਰਲ ਟ੍ਰੈਂਡਸ ਸ਼ੋ ਕਰਦੀ ਆ। ਇਸ ਮੈਥਡ ਨੂੰ ਫਰੀ ਹੈਂਡ ਕਰਵ ਮੈਥਡ ਵੀ ਕਿਹਾ ਜਾਂਦਾ ਆ। The main shortcoming of this method is that it may show the trend but not measure it. Next method is least square method. एक mathematical procedure for fitting a line to a set of observation data and इस techniques ਨੂੰ use ਕੀਤਾ ਜਾਂਦਾ ਹੈ to find a ਟਰੈਂਡ ਲਾਈਨ ਜਿਹੜੀ ਕਿ ਬੈਸਟ ਫਿਟ ਹੁੰਦੀ ਆ ਅਵੇਲੇਬਲ ਡਾਟਾ ਦੇ ਵਿੱਚ। ਦਿਸ ਮੈਥਡ ਇਜ਼ ਵੈਰੀ ਪੋਪੂਲਰ ਬਿਕੋਜ਼ ਇਹ ਬਹੁਤ ਹੀ ਸਿੰਪਲ ਅਤੇ ਲੈਸ ਐਕਸਪੈਂਸਿਵ ਮੈਥਡ ਹੁੰਦਾ ਹੈ। ਨੈਕਸਟ ਇਜ਼ ਮੂਵਿੰਗ ਐਵਰੇਜ ਮੈਥਡ। ਦਿਸ ਮੈਥਡ ਇਜ਼ ਆਲਸੋ ਯੂਜ਼ ਟੂ ਫਾਈਂਡ ਆਊਟ ਦਾ ਫਿਊਚਰ ਸੇਲ। ਮੂਵਿੰਗ ਐਵਰੇਜ ਮੈਥਡ ਜਿਹੜਾ ਇਹ ਪਾਸਟ ਡਾਟਾ 'ਤੇ ਬੇਸਡ ਹੁੰਦਾ ਹੈ। ਇਸ ਮੈਥਡ ਨੂੰ ਸਪੈਸ਼ਲੀ ਸ਼ਾਰਟ ਰਨ ਫੋਰਕਾਸਟਿੰਗ ਦੇ ਲਈ ਯੂਜ਼ ਕੀਤਾ ਜਾਂਦਾ ਆ। ਇਸ ਮੈਥਡ ਦੀ ਐਡਵਾਂਟੇਜਸ ਇਹ ਆ ਕਿ ਇਹ ਬਹੁਤ ਹੀ ਸਿੰਪਲ ਆ ਅਤੇ ਇਸ ਨੂੰ ਈਜ਼ੀਲੀ ਅਪਲਾਈਡ ਕੀਤਾ ਜਾ ਸਕਦਾ ਹੈ। ਸੈਕੰਡਲੀ ਇਹ ਮੈਥਮੈਟੀਕਲੀ ਕੈਲਕੂਲੇਸ਼ਨ ਦੇ ਉੱਪਰ ਬੇਸਡ ਆ ਐਂਡ ਫਾਈਨਲੀ ਇਹ ਜ਼ਿਆਦਾ ਐਕੂਰੇਟ ਆ। ਐਂਡ ਲਿਮਿਟੇਸ਼ਨਸ ਇਸ ਦੀ ਆ ਗਿਆ ਦ ਲਿਮਿਟੇਸ਼ਨ ਆਫ ਮੂਵਿੰਗ ਐਵਰੇਜ ਮੈਥਡ ਇਜ਼ ਦੈਟ ਇਟ ਗਿਵਸ ਇਕੁਅਲ ਵੇਟੇਜ ਟੂ ਦੀ ਡਾਟਾ ਰਿਲੇਟਡ ਟੂ ਦੀ ਡਿਫਰੈਂਟ ਪੀਰੀਅਡਸ ਇਨ ਦਾ ਪਾਸਟ ਕਿ ਡਿਫਰੈਂਟ ਪਾਸਟ ਦੇ ਵਿੱਚ ਡਿਫਰੈਂਟ ਪੀਰੀਅਡਸ ਨਾਲ ਰਿਲੇਟਡ ਜਿਹੜਾ ਡਾਟਾ ਹੈ ਉਹ ਹਰ ਇੱਕ ਨੂੰ ਇਕੁਅਲੀ ਵੇਟੇਜ ਇਕੁਅਲੀ ਇੰਪੋਰਟੈਂਸ ਦਿੰਦਾ ਹੈ। ਬਟ ਇਟ ਕੈਨ ਨੋਟ ਬੀ ਅਪਲਾਈਡ ਇਫ ਸਮ ਆਬਜ਼ਰਵੇਸ਼ਨ ਆਰ ਮਿਸਿੰਗ ਦੈਨ ਇਹ ਜਿਹੜਾ ਇਸ ਜਿਹੜੇ ਮੈਥਡਸ ਨੂੰ ਹੈ ਅਸੀਂ ਐਪਲੀਕੇਬਲ ਨਹੀਂ ਕਰ ਸਕਦੇ ਅਗਰ ਕੁਛ ਆਬਜ਼ਰਵੇਸ਼ਨਸ ਮਿਸਿੰਗ ਹੁੰਦੀਆਂ ਡਿਫਰੈਂਟ ਪੀਰੀਅਡਸ ਦੇ ਨਾਲ ਰਿਲੇਟਡ।